ਤੁਹਾਡੇ ਕੋਈ ਸਵਾਲ ਜਾਂ ਕੋਈ ਟਿੱਪਣੀ? ਹੁੰਦੀ ਆ ਇਹ ਵੀ ਦੋ ਤਰ੍ਹਾਂ ਦੀ ਹੁੰਦੀ ਆ ਲਾਈਕ ਇਹਦੇ ਦੋ ਹੁੰਦੇ ਆ ਇੱਕ ਹੁੰਦਾ ਮੋਡੀਫਾਈ ਅਡੈਪਟਡ ਇੱਕ ਹੁੰਦੀ ਆ ਜੀ ਮੋਡੀਫਾਈ ਇਹਦੇ ਵਿੱਚ ਕੀ ਫਰਕ ਹੁੰਦਾ ਆ ਅਡੈਪਟਡ ਦੇਖੋ ਜੀ ਜਿਵੇਂ ਨਾਮ ਹੈ ਵੀ ਅਡੈਪਟ ਕਰ ਲੈਣਾ ਅਨੁਕੂਲ ਤੁਹਾਡੀ ਬੱਚੇ ਦੀ ਲੋੜ ਦੇ ਮੁਤਾਬਿਕ ਉਹ ਤਿਆਰ ਕੀਤੀ ਜਾਂਦੀ ਹੈ ਇੱਕ ਹੁੰਦੀ ਹੈ ਮੋਡੀਫਾਈਡ ਇਹ ਹੁੰਦਾ ਵੀ ਜੇ ਬੱਚਾ ਕਲਾਸ ਦੇ ਵਿੱਚ ਬੈਠਾ ਹੈ ਜੇ ਇੱਕ ਕਲਾਸ ਸਵਾਲ ਕਰ ਰਹੀ ਹੈ 3 ਅੰਕਾਂ ਵਾਲੇ ਹੋ ਸਕਦਾ ਤੁਹਾਡਾ ਬੱਚਾ 1 ਅੰਕ ਵਾਲਾ ਕਰੇ ਉਹਨੂੰ ਕਹਿੰਦੇ ਨੇ ਜੀ ਮੋਡੀਫਾਈਡ ਅਸੀਂ ਉਹ ਕੰਮ ਨੂੰ ਮੋਡੀਫਾਈ ਕਰ ਲਿਆ ਉਹਨੂੰ ਥੋੜ੍ਹਾ ਜਿਹਾ ਈਜ਼ੀ ਕਰਕੇ ਦੇਤਾ ਉਹਨੂੰ ਜੇ ਤੁਹਾਡਾ ਕਲਾਸ ਸਪੋਜ਼ ਕਰੋ ਇੱਕ ਪ੍ਰੋਪਰ ਸਾਇੰਸ ਪ੍ਰੋਜੈਕਟ 'ਤੇ ਕੰਮ ਕਰ ਰਹੀ ਹੈ ਹੋ ਸਕਦਾ ਤੁਹਾਡਾ ਬੱਚਾ ਇੱਕ ਛੋਟੇ ਜਿਹੇ ਪ੍ਰੋਜੈਕਟ 'ਤੇ ਕੰਮ ਕਰਦਾ ਹੋਵੇ ਵੀ ਪੌਦਾ ਕਿਵੇਂ ਪੈਦਾ ਹੁੰਦਾ ਵੀ ਪਹਿਲਾਂ ਬੀਜ ਲਾਇਆ ਫਿਰ ਉਹਨੂੰ ਅਸੀਂ ਪਾਣੀ ਦਿੱਤਾ ਫਿਰ ਉਹ ਪੁੰਗ ਰਿਹਾ ਅਤੇ ਪਲਾਂਟ ਬਣਿਆ ਸੋ ਉਹਨੂੰ ਮੋਡੀਫਾਈ ਕਹਿ ਦਿੰਦੇ ਨੇ ਅਡੈਪਟਡ ਅਤੇ ਮੋਡੀਫਾਈਡ ਇਹਦਾ ਤਾਂ ਜਾ ਕੇ ਵੀ ਕੋਈ ਫਰਕ ਹੁੰਦਾ ਹੈ ਇਹਨਾਂ ਦਾ ਜਿਵੇਂ ਜਿਵੇਂ ਤੁਹਾਡੇ ਬੱਚੇ ਨੇ ਸਿੱਖਣਾ ਹੈ ਜੀ ਉਵੇਂ ਉਵੇਂ ਗੋਲਸ ਤੁਹਾਡੇ ਚੇਂਜ ਹੁੰਦੇ ਜਾਣੇ ਨੇ ਹਾਂਜੀ ਮੈਨੂੰ ਕਿਸੇ ਨੇ ਦੱਸਿਆ ਸੀ ਕਿ ਜਿਹੜਾ ਮੋਡੀਫਾਈਡ ਹੁੰਦਾ ਆ ਇਹਦੇ ਨਾਲ ਬੱਚੇ ਨੂੰ ਜਿਹੜੀ ਸਕੂਲ ਦਾ ਸਿਰਫ ਸਰਟੀਫਿਕੇਟ ਮਿਲਦਾ ਆ ਕਿ ਵੀ ਇਹਦੇ ਵਿੱਚ ਸਿਰਫ ਬੱਚੇ ਨੂੰ ਸਰਟੀਫਿਕੇਟ ਮਿਲਣਾ ਸਕੂਲ ਤੋਂ ਵੀ ਜਿਵੇਂ ਹੁਣ ਜੇ ਅਡੈਪਟਡ ਹੁੰਦਾ ਆ ਫਿਰ ਤੁਹਾਨੂੰ ਤੁਹਾਡੇ ਬੱਚੇ ਨੂੰ ਉਹ ਵਟਸ ਇਜ਼ ਕਾਲਡ ਅਡਲਟ ਡੌਗਵੁੱਡ ਡਿਪਲੋਮਾ ਫਿਰ ਉਹਨੂੰ ਉਹ ਸਰਟੀਫਿਕੇਟ ਮਿਲਦਾ ਆ ਮਤਲਬ ਜੇ ਤੁਸੀਂ ਉਹਨੂੰ ਇਕੱਲਾ ਸਕੂਲ ਸਰਟੀਫਿਕੇਟ ਮਿਲਿਆ ਆ ਲਾਈਕ ਔਨ ਦਾ ਮੋਡੀਫਾਈਡ ਅਤੇ ਫਿਰ ਉਹਨੇ ਅੱਗੇ ਜਾ ਕੇ ਪੜ੍ਹਨਾ ਨਹੀਂ ਉਹਨੂੰ ਕਿਤੇ ਵੀ ਐਡਮਿਸ਼ਨ ਨਹੀਂ ਮਿਲਣੀ ਇਹਦਾ ਵੀ ਕੋਈ ਫਰਕ ਹੁੰਦਾ ਆ ਦੇਖੋ ਜੀ ਜਿਹੜੀ IP ਮੀਟਿੰਗ ਹੈ ਜਿਵੇਂ ਆਪਾਂ ਪਹਿਲਾਂ ਡਿਸਕਸ ਕੀਤਾ ਇਹ ਬੱਚੇ ਦੀਆਂ ਲੋੜਾਂ ਅਤੇ ਉਹਦੇ ਗੁਣਾਂ ਦੇ ਬੇਸ 'ਤੇ ਬਣਨੀ ਹੈ ਤੁਹਾਨੂੰ ਕੋਈ ਕਹਿ ਦੇ ਤੁਹਾਡਾ ਬੱਚਾ ਅਡੈਪਟਡ 'ਚ ਜਾਊਗਾ ਮੋਡੀਫਾਈਡ 'ਚ ਜਾਊਗਾ ਇਹ ਕੋਈ ਨਹੀਂ ਡਿਸਾਈਡ ਕਰ ਸਕਦਾ ਕਿਉਂਕਿ ਜਦੋਂ ਉਹਦੀ ਅਸੈਸਮੈਂਟ ਹੋਣੀ ਹੈ ਉਹਨੇ ਸਕੂਲ ਵਿੱਚ ਦਾਖਲ ਹੋਣਾ ਹੈ ਉਹਦੀਆਂ ਕੀ ਲੋੜਾਂ ਨੇ ਉਹਦੀਆਂ ਕੀ ਜ਼ਰੂਰਤਾਂ ਨੇ ਉਹਦੇ 'ਚ ਕਿਹੜੇ ਕਿਹੜੇ ਗੁਣ ਨੇ ਉਹਦੇ ਹਿਸਾਬ ਨਾਲ ਬਣਨੀ ਹੈ ਸੋ ਜੇ ਸਪੋਜ਼ ਕਰੋ ਤੁਸੀਂ ਕਹਿੰਦੇ ਹੋ ਵੀ ਤੁਹਾਨੂੰ ਉਹ ਕਹਿੰਦੇ ਨੇ ਵੀ ਤੁਹਾਨੂੰ ਆ ਸਰਟੀਫਿਕੇਟ ਹੀ ਮਿਲਣਾ ਹੈ ਪਰ ਜੇ ਤੁਸੀਂ ਉਹਦੇ ਨਾਲ ਬੱਚੇ ਨੂੰ ਹੋਰ ਸਕਿੱਲ ਸਿਖਾ ਲੈਂਦੇ ਹੋ ਤਾਂ ਬੱਚਾ ਤੁਹਾਡਾ ਹੋਰ ਕੰਮ ਕਰਨ ਦੇ ਕਾਬਿਲ ਹੋ ਜਾਂਦਾ ਹੈ ਇੰਨਾ ਡਿਸਕਰੇਜ ਹੋਣ ਦੀ ਲੋੜ ਨਹੀਂ ਹੈ ਕਿਉਂਕਿ ਤੁਹਾਡੇ ਮੈਂ ਬੱਚੇ ਨੇ ਡਿਸਕਰੇਜ ਨਹੀਂ ਆ ਕਿਉਂਕਿ ਮੈਨੂੰ ਕਿਸੇ ਨੇ ਦੱਸਿਆ ਸੀ ਇਫ ਯੂ ਆਰ ਔਨ ਦਾ ਮੋਡੀਫਾਈਡ ਜੇ ਤੁਸੀਂ ਮੋਡੀਫਾਈਡ ਦੇ ਉੱਪਰ ਆ ਗਏ ਤੁਸੀਂ ਅਡੈਪਟਡ 'ਤੇ ਵਾਪਸ ਨਹੀਂ ਜਾ ਸਕਦੇ ਇਹ ਸਕੂਲ Prabhu is going to give you the answer for that. Okay. Can I do it in English? Yeah. Okay, I'll answer it in English and then you can translate. So for most students, they will be adapted until it's in high school where they decide if they're going to be on a modified program. And in high school, if they decide on a modified program, that means that they will get a school leaving certificate, so not a dogwood. Okay, so the important thing is from kindergarten to about grade 9, it will be adapted, and it'll be like smaller adaptations to bigger adaptations. Grade 10 is when the discussion over modified happens. You need me to translate ਕਿ ਸਮਝ ਆ ਗਈ ਤੁਹਾਨੂੰ ਆ ਗਈ ਜੀ ਕਿ ਹੁਣ ਪਤਾ ਲੱਗ ਗਿਆ ਕਿ ਵੀ ਉਹਦੇ ਕੋਲ ਇੰਨੇ ਸਾਲ ਹੈਗੇ ਨੇ ਕਿ ਉਹਨੂੰ ਕੁਝ ਕਰਨ ਲਈ ਨਾ ਕਿ ਉਹਨੂੰ ਸ਼ੁਰੂ ਤੋਂ ਹੀ ਉਹਨੂੰ ਡਿਸਕਰੇਜ ਕੀਤਾ ਜਾਊਗਾ ਕਿ ਵੀ ਡਿਸਕਰੇਜ ਕਰਨ ਦੀ ਜ਼ਰੂਰਤ ਹੀ ਨਹੀਂ ਹੈ ਨਹੀਂ ਹਾਂ ਬਟ ਯੂ ਨੀਡ ਟੂ ਥਿੰਕ ਅਬਾਊਟ ਬੋਥ ਐਬਸੋਲੂਟਲੀ ਕਈ ਵਾਰੀ ਨਾ ਆਪਾਂ ਨੂੰ ਆਪਣੇ ਕੋਲੇ ਥੋੜੀ ਜਿਹੀ ਦੋ ਜਾਣੇ ਆਪਾਂ ਮਿਲਦੇ ਆ ਉਹਨਾਂ ਕੋਲ ਜਿੰਨੀ ਕੁ ਇਨਫੋਰਮੇਸ਼ਨ ਹੁੰਦੀ ਹੈ ਨਾ ਉਨੀ ਕੁ ਦੇ ਲੈਂਦੇ ਨੇ ਪਰ ਹਮੇਸ਼ਾ ਤੁਸੀਂ ਜਿਹੜੇ ਮਤਲਬ ਸੰਬੰਧਿਤ ਪ੍ਰੋਫੈਸ਼ਨਲਸ ਨੇ ਉਹਨਾਂ ਨੂੰ ਮਿਲਿਆ ਕਰੋ ਬਿਕਾਜ਼ ਕਈ ਵਾਰੀ ਨਾ ਅਸੀਂ ਅੱਗੇ ਤੋਂ ਅੱਗੇ ਸੁਣ ਕੇ ਆਪਣੀ ਓਪੀਨੀਅਨ ਬਣਾ ਲੈਂਦੇ ਹਾਂ ਕਿ ਉਹਨੇ ਮੈਨੂੰ ਐਵੇਂ ਕਿਹਾ ਅਡੈਪਟਡ ਅਤੇ ਮੋਡੀਫਾਈਡ ਹੀ ਹੋਣਾ ਅਤੇ ਇਹਨੇ ਤਾਂ ਕੁਛ ਕਰਨਾ ਹੀ ਨਹੀਂ ਅਤੇ ਬਸ ਠੀਕ ਆ ਤੁਸੀਂ ਨਾ ਜਿਹੜੇ ਸੰਬੰਧਿਤ ਨੇ ਉਹਨਾਂ ਨਾਲ ਜ਼ਰੂਰ ਬੈਠ ਕੇ ਡਿਸਕਸ ਕਰੋ ਕਿ ਮੇਰੇ ਆਹ ਕੰਸਰਨ ਨੇ ਮੈਂ ਐਵੇਂ ਸੋਚਦੀ ਹਾਂ ਤਾਂ ਮੈਂ ਐਵੇਂ ਸੁਣਿਆ ਤੁਸੀਂ ਕੀ ਸੋਚਦੇ ਹੋ ਕਈ ਵਾਰੀ ਪੇਰੈਂਟਸ ਨੂੰ ਹੁੰਦਾ ਕਿ IP ਦੇ ਵਿੱਚ ਕਈ ਚੀਜ਼ਾਂ ਚਾਹੁੰਦੇ ਹੈਗੇ ਆ ਹਾਂਜੀ ਜਿਹੜੇ ਸਕੂਲ ਵਾਲਿਆਂ ਨੂੰ ਇੰਟਰਸਟ ਡਿਫਰੈਂਟ ਹੁੰਦਾ ਹੈਗਾ ਫਿਰ ਉਹ ਪੇਰੈਂਟਸ ਕੀ ਕਰ ਸਕਦੇ ਉਹਦੇ ਬਾਰੇ ਉਹਦੇ 'ਚ ਨਾ ਜੀ ਪੇਰੈਂਟਸ ਨੂੰ ਦੇਖਣਾ ਚਾਹੀਦਾ ਹੈ ਕਿ ਸਕੂਲ ਦੇ ਵਿੱਚ ਉਹਦੀਆਂ ਲੋੜਾਂ ਕੀ ਨੇ ਅਤੇ ਘਰ ਵਿੱਚ ਉਹਦੀਆਂ ਲੋੜਾਂ ਕੀ ਨੇ ਅਤੇ ਅਸੀਂ ਦੋਨੋਂ ਮਿਲ ਜੁਲ ਕੇ ਕਿਵੇਂ ਕੰਮ ਕਰ ਸਕਦੇ ਹਾਂ ਕਿਉਂਕਿ ਅਸੀਂ ਇਹ ਵੀ ਨਹੀਂ ਕਹਿ ਸਕਦੇ ਵੀ ਸਕੂਲ ਵਾਲੇ ਪੂਰਾ ਹੀ ਜੋ ਮੈਂ ਕਹਿੰਦੀ ਉਹ ਕਰਨ ਜਾਂ ਸਕੂਲ ਵਾਲੇ ਕਹਿਣ ਵੀ ਜੋ ਘਰ ਦੇ ਨੂੰ ਅਸੀਂ ਕਹਿੰਦੇ ਹਾਂ ਉਹੀ ਘਰ ਦੇ ਕਰਨ ਸੋ ਸਾਨੂੰ ਥੋੜ੍ਹਾ ਜਿਹਾ ਮਿਕਸ ਐਂਡ ਮੈਚ ਕਰਨਾ ਚਾਹੀਦਾ ਵੀ ਸਾਨੂੰ ਭਾਈਚਾਰੇ 'ਚ ਵੀ ਉਹਦੇ ਕਿਹੜੇ ਗੁਣ ਸਾਨੂੰ ਚਾਹੀਦੇ ਨੇ ਘਰ 'ਚ ਕਿਹੜੇ ਗੁਣ ਚਾਹੀਦੇ ਨੇ ਸਕੂਲ 'ਚ ਕਿਹੜੇ ਗੁਣ ਚਾਹੀਦੇ ਨੇ ਸੋ ਸਾਨੂੰ ਥੋੜ੍ਹੇ ਜਿਹੇ ਐਡਜਸਟਮੈਂਟਸ ਕਰਨੀਆਂ ਚਾਹੀਦੀਆਂ ਨੇ ਆਪਸ ਦੇ ਵਿੱਚ ਅਤੇ ਵੱਧ ਤੋਂ ਵੱਧ ਜੇ ਤੁਹਾਨੂੰ ਲੱਗਦਾ ਵੀ ਇਹ ਗੋਲ ਮੇਰੇ ਲਈ ਬਹੁਤ ਇੰਪੋਰਟੈਂਟ ਨੇ ਤਾਂ ਅਸੀਂ ਘਰ ਵਿੱਚ ਉਹਨਾਂ 'ਤੇ ਕੰਮ ਕਰ ਸਕਦੇ ਹਾਂ
ਹਾਂਜੀ, ਲੇਕਿਨ ਜੇ ਪੇਰੈਂਟਸ ਨੂੰ ਲੱਗਦਾ ਹੈਗਾ ਆ ਕਿ ਸਕੂਲ ਵਾਲੇ ਉਹਨਾਂ ਦਾ ਏਜੰਡਾ ਡਿਫਰੈਂਟ ਹੈਗਾ ਤੁਹਾਡੇ ਨਾਲੋਂ, ਹੋਰ ਵੀ ਕਿਸੇ ਤੋਂ ਹੈਲਪ ਲੈ ਸਕਦੇ ਹੈਗੇ ਕਿ ਉਹਨਾਂ ਨੂੰ ਸਕੂਲ ਦੀ ਗੱਲ ਮੰਨਣੀ ਪੈਣੀ ਹੈਗੀ ਆ? ਕਈ ਜੀ ਹੁੰਦੇ ਨੇ ਜਿਵੇਂ ਐਡਵੋਕੇਸੀ ਪ੍ਰੋਫੈਸ਼ਨਲਸ ਹੁੰਦੇ ਨੇ, ਪੇਰੈਂਟਸ ਉਹਨਾਂ ਨਾਲ ਡਿਸਕਸ ਕਰ ਸਕਦੇ ਆ ਵੀ ਅਸੀਂ ਐਵੇਂ ਸੋਚਦੇ ਹਾਂ, ਜਾਂ ਸਕੂਲ ਵਾਲੇ ਸਾਡੇ ਨਾਲ ਸੇਮ ਪੇਜ ਤੇ ਨਹੀਂ ਹੈਗੇ, ਸੋ ਅਸੀਂ ਕਿਵੇਂ ਐਡਜਸਟਮੈਂਟਸ ਕਰ ਸਕਦੇ ਹਾਂ, ਤਾਂ ਤੁਸੀਂ ਗੱਲ ਕਰ ਸਕਦੇ ਹੋ। ਜਾਂ ਤੁਸੀਂ ਸਕੂਲ ਦੇ ਕੇਸ ਮੈਨੇਜਰਸ ਨਾਲ ਬੈਠ ਕੇ ਡਿਸਕਸ ਕਰ ਸਕਦੇ ਹੋ ਕਿ ਅਸੀਂ ਐਵੇਂ ਸੋਚਦੇ ਹਾਂ। ਜੇ ਅਸੀਂ ਐਵੇਂ ਸੋਚਦੇ ਹਾਂ ਕਿ ਕੀ ਅਸੀਂ ਗਲਤ ਸੋਚਦੇ ਹਾਂ, ਜਾਂ ਜੋ ਤੁਸੀਂ ਸੋਚਦੇ ਹੋ ਅਸੀਂ ਮੰਨਦੇ ਹਾਂ ਵੀ ਤੁਸੀਂ ਠੀਕ ਸੋਚਦੇ ਹੋ, ਤੇ ਪਰ ਆਪਾਂ ਦੋਨੋਂ ਕਿਵੇਂ ਤਾਲਮੇਲ ਨਾਲ ਇਹ ਕੰਮ ਕਰ ਸਕਦੇ, ਕਿਉਂਕਿ ਅਸੀਂ ਬੈਸਟ ਤਾਂ ਆਪਣੇ ਬੱਚੇ ਲਈ ਕਰਨਾ ਹੈ, ਨਾ ਉਹਦੇ ਵਿੱਚ ਟੀਚਰ ਨੂੰ ਫਾਇਦਾ, ਨਾ ਕਿਸੇ ਹੋਰ ਦਾ ਫਾਇਦਾ। ਸੋ ਜੋ ਸਾਡੇ ਬੱਚੇ ਲਈ ਫਾਇਦਾ ਹੈ ਉਹਨਾਂ ਟੀਚਰਾਂ ਦੇ ਉੱਤੇ ਬੈਠ ਕੇ ਜ਼ਰੂਰ ਡਿਸਕਸ਼ਨ ਕਰੋ। ਇਹਦੇ ਵਿੱਚ ਇਹ ਵੀ ਹੁੰਦਾ ਹੈ ਕਿ ਜਿਵੇਂ ਇੰਪੋਰਟੈਂਟ ਸ਼ੁਰੂ ਹੁੰਦੇ ਆ, ਜਿਵੇਂ ਐਲਐਸਟੀ ਟੀਚਰ ਹੋ ਗਿਆ, ਇੰਟੀਗ੍ਰੇਸ਼ਨ ਟੀਚਰ ਹੋ ਗਿਆ, ਜੋ ਵੀ ਹੋ ਗਿਆ, ਉਹ ਸਾਰੀ ਮੀਟਿੰਗ ਕਰਦੇ ਨੇ, ਪਰ ਐਂਡ ਆਫ ਦਾ ਮੀਟਿੰਗ ਵੀ ਤੁਸੀਂ ਉਹਦੇ ਨਾਲ ਸਹਿਮਤ ਨਹੀਂ ਹੈਗੇ, ਠੀਕ ਹੈ, ਤੁਸੀਂ ਉਸ ਤੋਂ ਅੱਗੇ ਪ੍ਰੋਫੈਸ਼ਨ ਕਿਹਨੂੰ ਹੋਰ ਅੱਗੇ ਤੁਸੀਂ ਕਰ ਸਕਦੇ ਹੋ, ਜਿਵੇਂ ਆਊਟ ਆਫ ਸਕੂਲ, ਲਾਈਕ ਜੇ ਤੁਸੀਂ ਸਕੂਲ ਤੁਹਾਡੀ ਨਹੀਂ ਸੁਣ ਰਿਹਾ, ਤੁਸੀਂ ਕਹਿੰਦੇ ਹੋ ਵੀ ਇਹ ਮੇਰੇ ਬੱਚੇ ਲਈ ਇਹ ਠੀਕ ਨਹੀਂ ਹੈਗਾ, ਮੈਂ ਚਾਹੁੰਦੀ ਹਾਂ ਵੀ ਆ ਵੀ ਇਹਦੇ ਵਿੱਚ ਇਨਵੋਲਵ ਕੀਤਾ ਜਾਵੇ ਕਿਸੇ ਆਈਪੀ ਪਲਾਨ ਦੇ ਵਿੱਚ, ਤੇ ਉਸ ਤੋਂ ਅੱਗੇ ਫਿਰ ਆਪਣੇ ਹੋਰ ਵੀ ਸਟੈਪ ਹੈਗੇ ਵੀ ਆਪਾਂ ਕਿੰਨਾ ਨਾਲ ਗੱਲ ਕਰ ਸਕਦੇ ਹਾਂ। ਤੁਸੀਂ ਕੇਸ ਮੈਨੇਜਰ ਨਾਲ ਗੱਲ ਕਰ ਸਕਦੇ ਹੋ, ਕਲਾਸ ਟੀਚਰ ਨਾਲ ਗੱਲ ਕਰ ਸਕਦੇ ਹੋ, ਪ੍ਰਿੰਸੀਪਲ ਨਾਲ ਗੱਲ ਕਰ ਸਕਦੇ ਹੋ। ਉਸ ਤੋਂ ਬਾਅਦ ਵੀ ਜਿਵੇਂ ਹੁਣ ਸਿੱਧਾ ਸਕੂਲ ਡਿਸਟ੍ਰਿਕਟ ਨਾਲ ਗੱਲ ਕਰਨੀ ਪੈਣੀ, ਜਾਂ ਜਿਵੇਂ ਹੁੰਦੇ ਆ ਕਿ ਪ੍ਰਿੰਸੀਪਲ ਹੁੰਦੇ ਆ ਇਨ ਦਾ ਮਿਡਲ ਐਂਡ ਦੈਨ ਦੇਰ ਇਜ਼ ਅ ਡਿਸਟ੍ਰਿਕਟ ਪ੍ਰਿੰਸੀਪਲ, ਜਿਵੇਂ ਇਹਦੇ ਵੀ ਕੋਈ ਹੁੰਦਾ ਆ ਇੱਦਾਂ ਸਟੈਪ ਹੁੰਦੇ ਆ? ਇਹਨਾਂ ਦੇ ਵੀ ਸਟੈਪਸ ਹੈਗੇ ਨੇ ਜੀ, ਪਰ ਤੁਸੀਂ ਪਹਿਲਾਂ ਕੇਸ ਮੈਨੇਜਰ ਨਾਲ ਗੱਲ ਕਰੋ, ਉਹਨਾਂ ਨੂੰ ਆਪਣਾ ਸ਼ੰਕਾ ਦੱਸੋ, ਚਿੰਤਾ ਦੱਸੋ ਕਿ ਮੈਂ ਕਿਉਂ ਕਰਨਾ ਚਾਹੁੰਦੀ ਹਾਂ, ਮੇਰਾ ਫਿਊਚਰ ਗੋਲ ਕੀ ਹੈ, ਕਿਉਂਕਿ ਜ਼ਰੂਰੀ ਨਹੀਂ ਹੁੰਦਾ ਕਿ ਜੰਪ ਟੂ ਕਨਕਲੂਜਨ ਹੋ ਜਾਏ ਕਿ ਮੈਂ ਅਗਲਾ ਸਟੈਪ ਲੈਣਾ, ਕਿ ਜੇ ਆਪਣੇ ਉਸੇ ਸਟੈਪਸ ਦੇ ਵਿੱਚ ਆਪਣੀ ਰਿਜ਼ੋਲਵ ਹੋ ਜਾਂਦੇ ਆ ਕਨਫਲਿਕਟ, ਤਾਂ ਕਿਉਂ ਨਹੀਂ। ਉਹਨਾਂ ਨੂੰ ਸਮਝਾਓ ਕਿ ਮੈਂ ਐਵੇਂ ਸੋਚਦੀ ਹਾਂ, ਹੋ ਸਕਦਾ ਤੁਹਾਡਾ ਪੁਆਇੰਟ ਆਫ ਵਿਊ ਨਾ ਸਮਝ ਰਹੇ ਹੋਣ, ਹੋ ਸਕਦਾ ਉਹਨਾਂ ਦੀ ਸੋਚ ਵੱਖਰੀ ਹੋਵੇ, ਸੋ ਤੁਸੀਂ ਉਹਨਾਂ ਨਾਲ ਬੈਠ ਕੇ ਸਮਝਾਓ ਕਿ ਮੈਂ ਤਾਂ ਐਵੇਂ ਗੋਲ ਇਹ 'ਤੇ ਕੰਮ ਕਰਨਾ ਚਾਹੁੰਦੇ ਹਾਂ। ਜੇ ਤੁਹਾਡਾ ਨਹੀਂ ਮਸਲਾ ਹੱਲ ਹੁੰਦਾ, ਫਿਰ ਤਾਂ ਤੁਸੀਂ ਨੈਕਸਟ ਸਟੈਪ 'ਤੇ ਜਾਣਾ ਹੀ ਹੈ। I just want to say so you're right that those are the steps, right? So the case manager, and the case manager is usually the integration support teacher and the classroom teacher. And then you have the principal to talk to. If that doesn't work, then you can go to the district principal and speak to them. Yeah, but it's important to try at the school level. But what's important is that you make sure that your voice is heard. So you have to make sure that your voice is heard. That's the most important thing. So don't just stop. ਹਾਂਜੀ, ਜਿਵੇਂ ਇਹਨਾਂ ਨੇ ਦੱਸਿਆ ਕਿ ਜੇ ਮੇਰੇ ਸਕੂਲ ਦੇ ਵਿੱਚ ਜਿਹੜੇ ਮੈਂ ਗੋਲ ਟੀਚਰਾਂ 'ਤੇ ਕੰਮ ਕਰਨਾ ਚਾਹੁੰਦੀ ਹਾਂ, ਜੇ ਸਕੂਲ ਵਾਲੇ ਸਹਿਮਤ ਨਾ ਹੋਣ ਤਾਂ ਮੈਂ ਉਹ ਅੱਗੇ ਗੱਲ ਕਿਸ ਕੋਲ ਲੈ ਕੇ ਜਾਵਾਂ, ਤਾਂ ਮੈਂ ਇਹਨਾਂ ਨੂੰ ਕਿਹਾ ਸੀ ਕਿ ਪਹਿਲਾਂ ਤੁਸੀਂ ਕੇਸ ਮੈਨੇਜਰ ਨਾਲ ਗੱਲ ਕਰੋ, ਫਿਰ ਵਾਈਸ ਪ੍ਰਿੰਸੀਪਲ ਨਾਲ, ਪ੍ਰਿੰਸੀਪਲ ਨਾਲ। ਜੇ ਤੁਹਾਡੀ ਉੱਥੇ ਨਹੀਂ ਗੱਲ ਬਣਦੀ, ਫਿਰ ਤੁਸੀਂ ਨੈਕਸਟ ਸਟੈਪ ਲਓ, ਜਿਵੇਂ ਕਿ ਅੱਗੇ ਡਿਸਟ੍ਰਿਕਟ ਦੇ ਵਾਈਸ ਪ੍ਰਿੰਸੀਪਲ ਹੋ ਗਿਆ, ਸਪੈਸ਼ਲ ਨੀਡਸ ਦੇ ਪ੍ਰਿੰਸੀਪਲ ਹੋ ਗਏ। ਪਰ ਜਿਵੇਂ ਪ੍ਰਭੂ ਉਹਨਾਂ ਨੇ ਕਿਹਾ ਕਿ ਤੁਸੀਂ ਮੇਕ ਸ਼ੋਰ ਕਰੋ ਕਿ ਤੁਸੀਂ ਉਹ ਗੱਲ ਨੂੰ ਉੱਥੇ ਹੀ ਨਾ ਛੱਡ ਦਿਓ, ਕੋਸ਼ਿਸ਼ ਕਰੋ ਕਿ ਤੁਹਾਡੀ ਸਕੂਲ ਵਾਲੇ ਗੱਲ ਪੂਰੀ ਸਮਝਣ ਕਿ ਤੁਸੀਂ ਕਿਉਂ ਕਹਿਣਾ ਚਾਹੁੰਦੇ ਹੋ, ਤੁਹਾਡੇ ਇਹਦੇ ਪਿੱਛੇ ਕੀ ਮਨੋਰਥ ਹੈ। ਪਹਿਲਾਂ ਤੁਸੀਂ ਲੋਅਰ ਲੈਵਲ 'ਤੇ ਉਹਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰੋ, ਜੇ ਤੁਹਾਡੀ ਗੱਲ ਉੱਥੇ ਨਹੀਂ ਸੋਲਵ ਹੁੰਦੀ, ਫਿਰ ਅਗਲੇ ਸਟੈਪ 'ਤੇ ਜਾਓ। ਐਸੀ ਲਾਈਕ ਮੇਰੇ ਬੇਟੇ ਨੂੰ ਕਿੰਡਰਗਾਰਟਨ ਸ਼ੀ ਵਾਸ ਵਰਕਿੰਗ ਮੋਰ ਵਿਦ ਹਿਮ, ਲਾਈਕ 5-6 ਘੰਟੇ ਉਹਦੇ ਨਾਲ ਰਹਿੰਦੇ ਸੀਗੇ, ਬਟ ਫਰੋਮ ਗ੍ਰੇਡ 2, 3 ਨਾਓ ਹੀ ਇਜ਼ ਇਨ ਗ੍ਰੇਡ 4, ਰਾਈਟ? ਤਾਂ ਹੁਣ ਉਹਨੇ ਬਿਲਕੁਲ ਹੀ ਮਿਨੀਮਮ ਕਰਤਾ, ਅਤੇ ਮੈਂ ਉਹਦੇ ਬੇਟੇ ਨੂੰ ਵੀ ਪੁੱਛਦੀ ਹੁੰਦੀ ਹਾਂ, ਉਹ ਤਾਂ ਕਹਿੰਦਾ ਮਮ ਵਾਈ ਡੂ ਯੂ ਥਿੰਕ ਆਈ ਨੀਡ ਐਸ ਸੀ, ਆਮ ਨਾਟ ਅ ਡਮ, ਸੋ ਬਟ ਆਈ ਨੋ ਹੀ ਇਜ਼ ਅ ਕਿਡ, ਰਾਈਟ? ਸੋ ਉਹ ਮੈਂ ਦੇਖਦੀ ਹਾਂ ਹੋਰ ਬੱਚਿਆਂ ਨਾਲ, ਕਲਾਸ ਦੇ ਬੱਚਿਆਂ ਨਾਲ ਕੰਮ ਕਰ ਰਹੀ ਹੁੰਦੀ ਹੈ ਇੰਸਟੈਡ ਆਫ ਟਾਕਿੰਗ ਟੂ ਮਾਈ ਸਨ। ਸੋ ਮੈਂ ਲੇਬਲ ਤਾਂ ਮੇਰੇ ਬੇਟੇ 'ਤੇ ਲੱਗਿਆ ਹੋਇਆ, ਸੋ ਬਿਕੋਜ਼ ਆਫ ਹਿਮ ਦ ਹੋਲ ਕਲਾਸ ਗॉट ਦਾ ਐਸ ਸੀ, ਰਾਈਟ? ਸੋ ਉਹ ਜ਼ਿਆਦਾ ਟਾਈਮ ਹੋਰ ਬੱਚਿਆਂ ਨਾਲ ਸਪੈਂਡ ਕਰ ਰਹੇ ਹੁੰਦੇ ਨੇ, ਅਤੇ ਮੈਂ ਚਾਹੁੰਦੀ ਹਾਂ ਵੀ ਉਹਨੂੰ ਜਿਵੇਂ ਜਿਹੜੇ ਕੋਈ ਬਿਹੇਵੀਅਰ ਇਸ਼ੂ ਜਿੱਦਾਂ ਮੈਂ ਦੱਸਦੀ ਹਾਂ ਵੀ ਉਹ 'ਤੇ ਕੰਮ ਕਰੇ। ਟੀਚਰ ਨਾਲ ਵੀ ਮੈਂ ਕਈ ਵਾਰ ਗੱਲ ਕਰਦੀ ਹਾਂ, ਟੀਚਰ ਕਹਿੰਦੀ ਉਹ ਨੋ ਹੀ ਡਜ਼ਨਟ ਨੀਡ ਰਾਈਟ ਨਾਓ, ਸੋ ਆਈ ਡੋਂਟ ਨੋ ਹਾਊ ਡਜ਼ ਇਟ ਵਰਕ, ਰਾਈਟ? ਸੋ ਤੁਸੀਂ ਅਗਲਾ ਸਟੈਪ 'ਤੇ ਕਰਨਾ ਸੀ, ਕੇਸ ਮੈਨੇਜਰ ਨੂੰ ਪੁੱਛਣਾ ਸੀ ਜਾਂ ਇੰਟੀਗ੍ਰੇਸ਼ਨ ਟੀਚਰ ਨੂੰ। ਉਹਨੂੰ ਵੀ ਪੁੱਛਿਆ ਸੀਗਾ, ਉਹ ਕਹਿੰਦੀ ਸੀ ਜੇ ਨਹੀਂ ਵੀ ਜ਼ਿਆਦਾ ਇਹ ਲਾਈਕ ਨਹੀਂ ਕਰਦਾ, ਇਹਨੂੰ ਸ਼ੈਡੋ ਕਰੋ, ਵੀ ਇਹਨੂੰ ਲੱਗਦਾ ਵਾ ਵੀ ਮੈਨੂੰ ਵਾਚ ਕਰ ਰਿਹਾ, ਹੀ ਡੋਂਟ ਲਾਈਕ ਬੀਇੰਗ ਵਾਚ, ਰਾਈਟ? ਸੋ ਵਾਈ ਡੂ ਯੂ ਵਾਂਟ ਟੇਕ ਹਿਜ਼ ਇੰਡੀਪੈਂਡੈਂਸ, ਲਾਈਕ ਉਹ ਜਦੋਂ ਇਰੀਟੇਟ ਹੋ ਜਾਂਦਾ, ਜਦੋਂ ਉਹਨੂੰ ਲੱਗਦਾ ਵੀ ਮੈਨੂੰ ਵਾਰ-ਵਾਰ ਵਾਚ ਕੀਤਾ ਜਾਂਦਾ। ਤਾਂ ਸੋ ਤੁਹਾਨੂੰ ਲੱਗਦਾ ਕਿ ਤੁਹਾਡੇ ਬੱਚੇ ਨੂੰ ਹੈਲਪ ਦੀ ਘੱਟ ਲੋੜ ਹੈ? ਹੁਣ ਮੈਨੂੰ ਇੰਨਾ ਪਤਾ ਨਹੀਂ ਨਾ ਸਕੂਲ 'ਚ ਉਹਨੂੰ ਤੁਸੀਂ ਸਕੂਲ ਵਾਲਿਆਂ ਨੂੰ ਪੁੱਛੋ ਕਿ ਉਹ ਕਿਹੜੇ ਗੋਲਸ 'ਤੇ ਕੰਮ ਕਰ ਰਹੇ ਆ, ਉਹਦਾ ਕਿਵੇਂ ਤਰੱਕੀ, ਉਹੀ ਹੈ ਨਾ ਜੀ, ਗੱਲਬਾਤ ਕਰੋਗੇ, ਉਹਨਾਂ ਨੂੰ ਕਹੋ ਕਿ ਮੈਨੂੰ ਦਿਖਾਓ ਕਿ ਜਿਹੜਾ ਮੇਰਾ ਬੱਚਾ ਇਸ ਗੋਲ 'ਤੇ ਕੰਮ ਕਰਦਾ ਉਹਨੇ ਕਿੰਨਾ ਸਿੱਖ ਲਿਆ, ਕਿਵੇਂ ਸਿੱਖ ਲਿਆ। ਅਤੇ ਲਾਸਟ ਈਅਰ ਮੈਂ ਬਾਰ-ਬਾਰ ਪੁੱਛਿਆ ਉਹਨੂੰ, ਮੈਂ ਕਿਹਾ ਵੀ ਬਿਕੋਜ਼ ਆਫ ਹਿਮ ਯੂ ਗਾਇਜ਼ ਗॉट दैट ਸੀ, ਰਾਈਟ?
ਤਾਂ ਕਹਿੰਦੀ ਨਹੀਂ ਕਹਿੰਦੀ ਇਹ ਲਾਈਕ ਨਹੀਂ ਕਰਦਾ ਸ਼ੈਡੋ ਕਰੋ ਇਹਨੂੰ ਬਾਰ-ਬਾਰ ਵਾਚ ਕਰੋ ਤਾਂ ਇਹ ਇਰੀਟੇਟ ਹੁੰਦਾ ਖਿੱਚਦਾ ਵਾ। ਤਾਂ ਮੈਂ ਕਿਹਾ ਪਰ ਇਹਨੂੰ ਦੂਜੇ ਬੱਚਿਆਂ ਨਾਲ ਇਹ ਬਿਹੇਵੀਅਰ ਇਸ਼ੂ ਆਉਂਦੇ ਆ ਮੈਨੂੰ ਪਤਾ ਬਿਕੋਜ਼ ਮੈਨੂੰ ਆ ਕੇ ਦੱਸ ਦਿੰਦਾ ਘਰੇ ਮੇਰੇ ਨਾਲ ਆਹ ਹੋਇਆ ਸੀ ਮੈਂ ਆਹ ਬੱਚੇ ਨੂੰ ਆਹ ਕਹਿ ਤਾ। ਮੈਂ ਕਿਹਾ ਬਟ ਇਟਸ ਨਾਟ ਅ ਪ੍ਰੋਪਰ ਬਿਹੇਵੀਅਰ ਰਾਈਟ। ਤਾਂ ਵੀ ਇਹਨੂੰ ਚਾਹੀਦਾ ਇਹਨੂੰ ਵੀ ਦੱਸੋ ਇਹਨੂੰ ਐਕਸਪਲੇਨ ਕਰੋ ਵਿਜ਼ੂਅਲਾਈਜ਼ ਕਰੋ ਇਹਨੂੰ। ਤੁਸੀਂ ਫਿਰ ਉਹ ਜਿਹੜਾ ਕੁਝ ਤੁਹਾਨੂੰ ਤੁਹਾਡਾ ਬੱਚਾ ਦੱਸਦਾ ਉਹਨੂੰ ਨੋਟ ਡਾਊਨ ਕਰੋ। ਉਹ ਟੀਚਰਸ ਨਾਲ ਸ਼ੇਅਰ ਕਰੋ ਕਿ ਮੇਰੇ ਬੱਚੇ ਨੇ ਇਹ ਸਾਰੀਆਂ ਗੱਲਾਂ ਮੇਰੇ ਨਾਲ ਸ਼ੇਅਰ ਕੀਤੀਆਂ, ਇਹਨਾਂ ਬਾਰੇ 'ਚ ਤੁਹਾਡਾ ਕੀ ਵਿਚਾਰ ਹੈ। ਕਿਉਂਕਿ ਜਦੋਂ ਸਾਡੇ ਕੋਲੇ ਕੋਈ ਠੋਸ ਸਬੂਤ ਨਹੀਂ ਨਾ ਹੁੰਦਾ, ਅਸੀਂ ਕੁਛ ਮਰਜ਼ੀ ਕਹੀ ਜਾਈਏ, ਉਹਨਾਂ ਨੇ ਕਹਿਣਾ ਵੀ ਐਂ ਤੁਹਾਨੂੰ ਕਿਵੇਂ ਪਤਾ ਹੈ। ਸੋ ਤੁਸੀਂ ਡੇਟ ਵਾਈਜ਼ ਦੱਸੋ ਕਿ ਮੇਰੇ ਬੱਚੇ ਨੇ ਮੈਨੂੰ ਘਰ ਆ ਕੇ ਆਹ ਕਿਹਾ। ਮੈਂ ਜਾਣਨਾ ਚਾਹੁੰਦੀ ਹਾਂ ਕਿ ਮੈਂ ਤੁਹਾਡੇ ਤੇ ਕੋਈ ਬਲੇਮ ਨਹੀਂ ਲਾਉਂਦੀ ਜਾਂ ਮੈਂ ਇਹ ਨਹੀਂ ਕਹਿੰਦੀ ਵੀ ਤੁਸੀਂ ਕੰਮ ਨਹੀਂ ਕਰਦੇ, ਪਰ ਮੈਂ ਆਪਣੇ ਬੱਚੇ ਲਈ ਕੰਸਰਨਡ ਹਾਂ, ਮੈਂ ਉਹਦੇ ਲਈ ਚਿੰਤਤ ਹਾਂ। ਮੈਨੂੰ ਦੱਸੋ ਕਿ ਮੈਂ ਆਪਣੇ ਬੱਚੇ ਦੀ ਵੱਧ ਤੋਂ ਵੱਧ ਹੈਲਪ ਕਿਵੇਂ ਕਰ ਸਕਦੀ ਹਾਂ, ਜਾਂ ਤੁਸੀਂ ਮੇਰੇ ਬੱਚੇ ਦੀ ਵੱਧ ਤੋਂ ਵੱਧ ਹੈਲਪ ਕਿਵੇਂ ਕਰ ਸਕਦੇ ਪਰ ਹੋ। ਉਹ ਆਵਰਸ ਕਿਸੇ ਹੋਰ ਨੂੰ ਦੇ ਸਕਦੇ ਇੱਦਾਂ ਸਕੂਲ ਵਾਲੇ ਵੀ ਬਿਕਾਜ਼ ਨਹੀਂ ਜੀ, ਹਰੇਕ ਦੀ ਫੰਡਿੰਗ ਡਿਫਰੈਂਟ ਹੁੰਦੀ ਹੈ, ਸੋ ਫੰਡਿੰਗ ਦੇ ਹਿਸਾਬ ਨਾਲ ਆਵਰਸ ਮਿਲਦੇ ਨੇ। ਉਹ ਕਹਿੰਦੇ ਆ ਤੁਸੀਂ ਵੀ ਪੁੱਛ ਸਕਦੇ ਹੋ। ਦੂਜੀਆਂ ਕਲਾਸਾਂ 'ਚ ਬੱਚਿਆਂ ਨੂੰ ਲੋੜ ਸੀ ਉੱਥੇ ਚਲੇ ਗਈ, ਹੁਣ 15-20 ਮਿੰਟ ਹੀ ਅੱਜ ਕੱਲ੍ਹ ਆਉਂਦੀ ਆ ਕਲਾਸ 'ਚ। ਤੁਸੀਂ ਉਹਨਾਂ ਨੂੰ ਪੁੱਛ ਸਕਦੇ ਹੋ ਕਿ ਉਹਦੇ ਕੋਲ ਫੰਡਿੰਗ ਦੇ ਕਿੰਨੇ ਆਵਰਸ ਨੇ, ਪੁੱਛ ਸਕਦੇ ਹੋ ਤੁਸੀਂ। ਹਾਂਜੀ, ਥੈਂਕ ਯੂ। Prabhu, you want to say something? So she was saying that SCA is not giving him enough time. So when he comes home, then he complains that he did during recess time, or he did this and he did that. So since last year, she's been asking them, but they are not giving her any definite answers. So I told her that maybe she should note down what her son is telling her and then explain to her that this is happening and how she could be a good help, or how they can help him to excel in his class. So if you would like to add on something. I think that's a good example of what we were saying here. So speak to the classroom teacher, the integration teacher, speak to the principal, and you have to be firm as a parent and say, this is what I want, this is what I want to know, so it's not brushed aside. And then if that doesn't work, then maybe phone ACT and ask for some help through ACT. But it's very important that you have that discussion and talk about what you feel your child needs and what the concerns are.